ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਰਬੱਤ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ ਹਰ ਹਫ਼ਤੇ ਇੱਕ ਅਭਿਆਸ ਦੀ ਜੋ ਵਿਚਾਰ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੰਨੀ ਕੁ ਸੂਝ ਗੁਰੂ ਪਿਤਾ ਬਖਸ਼ਦੇ ਨੇ, ਜਿੰਨੀ ਕੁ ਵੀ ਸਮਝ ਹੈ ਉਸ ਅਨੁਸਾਰ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਵੀ ਪਤਾ ਹੈ ਕਿ ਪੂਰਨ ਤੌਰ 'ਤੇ ਤਾਂ ਨਹੀਂ ਹੁੰਦੀ, ਕਿਉਂਕਿ ਉਹ ਹੋ ਵੀ ਨਹੀਂ ਸਕਦੀ। ਪਰ ਜਿੰਨੀ ਕੁ ਸਮਝ ਹੋਵੇ ਉਨੇ ਕੁ ਅਨੁਸਾਰ ਸਰਬੱਤ ਸੰਗਤਾਂ ਆਪੋ ਆਪਣਾ ਯਤਨ ਕਰਦੀਆਂ ਨੇ। ਸੋ ਸਰਬੱਤ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਿ ਸਾਰੀਆਂ ਸੰਗਤਾਂ ਆਪਣਾ ਜੀਵਨ ਸਫਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੋ ਜੋ ਇਸ ਅਭਿਆਸ ਵਿੱਚ ਗੁਰੂ ਪਿਤਾ ਨੇ ਜੋ ਜਿੰਨੀ ਕੁ ਵੀ ਸਮਝ ਬਖਸ਼ੀ ਉਹ ਆਪ ਜੀਆਂ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਪੌੜੀ ਆਪੀ ਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਦਾਇਆ। ਜਦੋਂ ਇਸੇ ਹੀ ਅਭਿਆਸ ਤੋਂ ਪਹਿਲਾਂ ਆਪਾਂ ਨੂੰ ਜੋ ਅਭਿਆਸ ਮਿਲੇ ਸੀ ਉਸ ਵੱਲ ਵੇਖੀਏ ਤੇ ਗੁਰੂ ਪਿਤਾ ਨੇ ਉਹ ਇੱਕ ਕੁਦਰਤ ਦੇ ਰੰਗ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੀਵ ਸਮਝ ਸਕੇ ਕਿ ਸਭ ਕੁਝ ਕੁਦਰਤੀ ਹੀ ਹੈ। ਜਦੋਂ ਉਸ ਦੀ ਕੁਦਰਤ ਨੂੰ ਸਮਝੀਦਾ ਹੈ, ਵੇਖੀਦਾ ਹੈ, ਤੇ ਫਿਰ ਉਸ ਤੋਂ ਬਾਅਦ ਫਿਰ ਇੱਕ ਬਹੁਤ ਹੀ ਵਿਸਮਾਦ ਜਿਹਾ ਜੀਵਨ ਪ੍ਰਾਪਤ ਹੁੰਦਾ ਹੈ। ਸੋ ਕੁਦਰਤ ਨੂੰ ਪਹਿਲੋਂ ਵੇਖ ਕੇ ਮੁੜ ਕੇ ਉਹ ਵਿਸਮਾਦ ਵਿੱਚ ਜਾਣਾ, ਗੁਰੂ ਪਿਤਾ ਨੇ ਇਵੇਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਵੇਖ, ਤੂੰ ਇਸ ਸੰਸਾਰ ਉੱਤੇ ਕਿਸ ਕਾਰਨ ਲਈ ਆਇਆ, ਕਿਸ ਕਾਰਜ ਵਾਸਤੇ ਆਇਆ ਤੇ ਕੀ ਕਰਮ ਕਰਨ ਵਾਸਤੇ ਆਇਆ। ਪਰ ਜਦੋਂ ਜੀਵ ਉਹ ਕੁਦਰਤ ਦੇ ਰੰਗ ਨੂੰ ਨਹੀਂ ਮਾਣ ਪਾਉਂਦਾ, ਜਦੋਂ ਜੀਵ ਉਹ ਵਿਸਮਾਦੀ ਰੰਗ ਨੂੰ ਨਹੀਂ ਮਾਣ ਪਾਉਂਦਾ, ਤੇ ਫਿਰ ਉਸ ਦਾ ਕੀ ਹਾਲ ਹੁੰਦਾ ਹੈ ਉਹ ਵੀ ਗੁਰੂ ਪਿਤਾ ਸਮਝਾਉਂਦੇ ਨੇ। ਗੁਰੂ ਪਿਤਾ ਸਾਰੀਆਂ ਹੀ ਚੀਜ਼ਾਂ, ਹਰ ਇੱਕ ਅਵਸਥਾ ਬਿਆਨ ਕਰਦੇ ਨੇ ਕਿ ਜੇ ਤੂੰ ਉਹਦੀ ਕੁਦਰਤ ਨੂੰ ਮਾਣੇਗਾ ਤੇ ਵਿਸਮਾਦ ਰੰਗ ਮਿਲੂਗਾ, ਜਿਹਦੇ ਵਿੱਚ ਤੂੰ ਆਨੰਦਮਈ, ਖੇੜੇਮਈ, ਤੇਰੇ ਕੋਲ ਕੋਈ ਲੇਖਾ ਨਹੀਂ ਮੰਗੂਗਾ, ਤੇਰਾ ਕੋਈ ਲੇਖਾ ਨਹੀਂ ਬਣੂਗਾ। ਜਿਸ ਜੀਵਨ ਵਾਸਤੇ, ਜਿਸ ਕਾਰਜ ਵਾਸਤੇ ਤੂੰ ਆਇਆ ਸੀ ਉਹ ਕਾਰਜ ਤੇਰਾ ਸਫਲ ਹੋ ਸਕਦਾ। ਤੇ ਆਇਆ ਤੇ ਜੀਵ ਇਸੇ ਕਾਰਜ ਹੈ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ। ਪਰ ਜਦੋਂ ਲਾਹਾ ਨਹੀਂ ਲੈ ਪੈਂਦਾ, ਜਦੋਂ ਲਾਹਾ ਜੀਵ ਨਹੀਂ ਪੂਰਾ ਲਾਹਾ ਲੈ ਪਾਉਂਦਾ, ਫਿਰ ਗੁਰੂ ਪਿਤਾ ਇਹ ਵੀ ਨਾਲ ਹੀ ਕਹਿ ਦਿੰਦੇ ਕਿ ਲੱਗਾ ਕਿਤਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਵੀ ਤੇਰੀ ਜਿਹੜੀ ਇਹ ਜੀਵਨ ਰੂਪੀ ਰਾਤ ਆ ਤੇਰੀ ਖਤਮ ਹੁੰਦੀ ਜਾ ਰਹੀ ਹੈ। ਸੋ ਜਦੋਂ ਇਸ ਅਭਿਆਸ ਵਿੱਚ ਵੇਖੀਦਾ ਹੈ ਤੇ ਗੁਰੂ ਪਿਤਾ ਕਹਿੰਦੇ ਨੇ ਜੇ ਤੂੰ ਨਹੀਂ ਉਹ ਚੀਜ਼ਾਂ ਨੂੰ ਕਰ ਪਾਇਆ, ਜੇ ਤੂੰ ਉਹ ਵਿਸਮਾਦ ਨੂੰ ਨਹੀਂ ਪ੍ਰਾਪਤ ਹੋ ਪਾਇਆ, ਜੇ ਤੂੰ ਉਹ ਕੁਦਰਤ ਨੂੰ ਨਹੀਂ ਮਾਣ ਪਾਇਆ, ਫਿਰ ਤੂੰ ਹੋਰ ਕੀਤਾ ਕੀ ਹੋਊਗਾ, ਫਿਰ ਕਰੂਗਾ ਵੀ ਕੀ ਜੀਵ। ਤੇ ਫਿਰ ਵੇਖੀਦਾ ਹੈ ਜਦੋਂ ਆਪਣੇ ਵੱਲ ਧਿਆਨ ਮੈਂ ਮਾਰਦਾ ਹਾਂ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਗੁਰੂ ਪਿਤਾ ਸਮਝਾਉਂਦੇ ਹੁਣ ਕਿ ਆਪੀ ਨੇ ਭੋਗ ਭੋਗ ਕੈ, ਕਿ ਤੂੰ ਆਪਣੀ ਹੀ ਇੱਕ ਆਪੀ ਨੇ ਆਪਣੇ ਆਪ ਨੂੰ ਹੀ ਤੂੰ ਬਣਾਉਣ 'ਚ ਲੱਗਾ ਰਿਹਾ। ਜੋ ਤੂੰ ਦੁਨੀਆ ਬਣਾਈ, ਜੋ ਤੂੰ ਸਿਰਜਿਆ ਆਪਣੇ ਆਪ ਤੋਂ, ਆ ਮੇਰਾ ਭੈਣ, ਆ ਮੇਰਾ ਭਰਾ, ਆ ਮੇਰੀ ਧੀਆਂ, ਆ ਮੇਰੇ ਪੁੱਤ, ਆ ਮੇਰੀ ਪਤਨੀ, ਆ ਮੇਰਾ ਬਿਜ਼ਨਸ, ਆ ਮੇਰਾ ਘਰ, ਆ ਮੇਰੇ ਰਿਸ਼ਤੇਦਾਰ, ਇੱਕ ਇੱਕ ਚੀਜ਼ ਨੂੰ ਆਪਣੀ ਨੂੰ ਤੂੰ ਬਣਾਉਂਦਾ ਰਿਹਾ ਤੇ ਆਪਣੇ ਤੋਂ ਹੀ ਸਿਰਜਦਾ ਰਿਹਾ ਤੇ ਆਪਣੇ ਆਪ ਤੋਂ ਹੀ ਤੂੰ ਭੁੱਲ ਹੀ ਗਿਆ ਕਿ ਨਹੀਂ ਇਹ ਸਭ ਕੁਦਰਤ ਆ। ਇਹ ਸਭ ਦੇ ਵਿੱਚ ਤੂੰ ਕੁਦਰਤ ਵੇਖਣੀ ਸੀ, ਤੂੰ ਵੇਖ ਨਾ ਪਾਇਆ ਤੇ ਉਹਨਾਂ ਦੇ ਹੀ ਭੋਗਾਂ ਨੂੰ ਭੋਗਦਾ ਰਿਹਾ, ਉਹੋ ਜਿਹਾ ਜੀਵਨ ਭੋਗਦਾ ਰਿਹਾ। ਜਦੋਂ ਹੁਣ ਤੂੰ ਆਪਣੇ ਆਪ ਨੂੰ ਹੀ ਸਾਜ ਕੇ ਤੇ ਆਪਣੇ ਆਪ ਨੂੰ ਆਪਣੇ ਹੀ ਮਹਿਲ ਸਾਜ ਕੇ ਤੇ ਆਪਣੇ ਆਪ ਨੂੰ ਹੀ ਭੋਗਦਾ ਰਿਹਾ, ਫਿਰ ਹੋਊਗਾ ਕੀ। ਤੇ ਫਿਰ ਜਦੋਂ ਅਖੀਰ ਆ ਜਾਂਦੀ ਹੈ ਤੇ ਗੁਰੂ ਪਿਤਾ ਕਹਿੰਦੇ ਨੇ ਕਿ ਭਸਮੜ ਭੌਰ ਸਦਾਇਆ, ਕਿ ਉਹ ਫਿਰ ਇੱਕ ਦਿਨ ਜਦੋਂ ਭੌਰ ਅੰਦਰੋਂ ਉਡਾਰੀ ਮਾਰ ਜਾਂਦੀ ਹੈ, ਜੀਵ ਆਤਮਾ ਚਲੇ ਜਾਂਦੀ ਹੈ, ਤੇ ਫਿਰ ਜਿਹੜਾ ਸਰੀਰ ਹੈ ਉਹ ਤੇ
ਭਸਮ ਦੀ ਢੇਰੀ ਹੋ ਜਾਂਦਾ ਹੈ, ਉਹਦੇ 'ਤੇ ਸੰਸਕਾਰ ਕਰ ਦਿੰਦੇ ਆ। ਪਰ ਹੁਣ ਜਿਹੜਾ ਭੌਰ ਹੈ ਉਹਨੇ ਕਿਤੇ ਜਾ ਕੇ ਲੇਖਾ ਵੀ ਦੇਣਾ, ਉਹਨੂੰ ਜਿੰਨੇ ਭੇਜਿਆ ਉਹਦੇ ਕੋਲ ਉਹਨੂੰ ਜਾਣਾ ਵੀ ਪਿਆ। ਫਿਰ ਜਦੋਂ ਜਾ ਕੇ ਜੋ ਉੱਥੇ ਜਾਂਦਾ ਹੈ, ਜੋ ਉਹਨੂੰ ਕਾਰਜ ਦਿੱਤਾ ਸੀ ਕਰਨ ਵਾਸਤੇ ਕਿ ਤੂੰ ਲਾਹਾ ਲੈ ਕੇ ਆ, ਅਤੇ ਪਰ ਜਦੋਂ ਉੱਥੇ ਜਾ ਕੇ ਵੇਖਦੇ ਹਾਂ ਕਿ ਤੂੰ ਤਾਂ ਦੁਨੀਆਦਾਰੀ ਵਿੱਚ ਹੀ ਖਜਤ ਹੋਇਆ ਰਿਹਾ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅਤੇ ਤੂੰ ਤਾਂ ਵੱਡਾ ਬਣ ਕੇ ਬਹਿ ਗਿਆ ਉੱਥੇ ਦੁਨੀਦਾਰ। ਤੂੰ ਆਖਿਆ ਮੈਂ ਸਰਪੰਚ ਬਣ ਜਾ, ਮੈਂ MLA ਬਣ ਜਾ, MP ਬਣ ਜਾ, ਪ੍ਰਧਾਨ ਮੰਤਰੀ ਬਣ ਜਾ, ਸਾਰੇ ਮੁਲਕ ਮੇਰੇ ਅੰਡਰ ਹੋਣ, ਮੇਰੀ ਹਰ ਕੋਈ ਗੱਲ ਸੁਣੇ, ਮੇਰੀ ਹਰ ਕੋਈ ਮੰਨੇ। ਤੂੰ ਤਾਂ ਆਪਣੀ ਹੀ ਆਪੀ ਨੇ ਆਪ 'ਚ ਹੀ ਤੂੰ ਤਾਂ ਰਚਿਆ ਰਿਹਾ, ਤੂੰ ਉਹੀ ਭੋਗਦਾ ਰਿਹਾ। ਪਰ ਹੁਣ ਵੱਡਾ ਹੋ, ਤੂੰ ਉੱਥੇ ਵੱਡਾ ਬਣ ਆ ਗਿਆ, ਭਾਵੇਂ ਜਿੱਡਾ ਮਰਜ਼ੀ ਦੁਨੀਦਾਰ ਤੂੰ ਬਣ ਆਇਆ, ਬੜਾ ਤਗੜਾ ਦੁਨੀਦਾਰ, ਦੁਨੀਆ ਨੂੰ ਚਲਾਉਣ ਵਾਲਾ ਤੂੰ ਆਪਣੇ ਆਪ ਤੋਂ ਬਣ ਬੈਠਾ, ਪਰ ਗਲ ਸੰਗਲ ਘੱਤ ਚਲਾਇਆ। ਪਰ ਹੁਣ ਤੇਰੇ ਗਲ 'ਚ ਸੰਗਲ ਪੈ ਗਏ, ਹੁਣ ਗਲ ਦੇ ਵਿੱਚ ਹੀ ਸੰਗਲ ਪੈ ਗਏ। ਅਤੇ ਸੰਗਲ ਆਪਾਂ ਵੇਖਦੇ ਹਾਂ ਕਿ ਜਿਵੇਂ ਕਿ ਛੋਟੀਆਂ ਛੋਟੀਆਂ ਜੰਜੀਰਾਂ ਨੂੰ ਇੱਕ ਦੂਜੇ ਵਿੱਚ ਮੇਲ ਕੇ ਬਣਾਇਆ ਹੁੰਦਾ ਸੰਗਲ, ਅਤੇ ਜਿਹੜਾ ਗਲ ਵਿੱਚ ਪਿਆ ਹੋਵੇ ਅਤੇ ਉਹ ਥੋੜ੍ਹੀ ਕਿਤੇ ਟੁੱਟਦਾ ਨਹੀਂ। ਉਹ ਇਹੋ ਜਿਹੇ ਇੰਨੇ ਕੁ ਕਰਮ ਕਰ ਲਏ, ਇੰਨੇ ਕੁ ਕੁਛ ਕਰ ਲਿਆ, ਨਿੱਕਾ 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 ਇੱਕ ਇੱਕ ਸਵਾਸ, ਇੱਕ ਇੱਕ ਫੁਰਨਾ, ਇੰਨਾ ਕੁ ਗਲਤ ਅਸੀਂ ਹੋਏ। ਸੋ ਉਹ ਸੰਗਲ ਜਿਹੜਾ ਸੀ ਉਹ ਗਲ 'ਚ ਪੈ ਗਿਆ। ਜੋ ਕੁਝ ਵੀ ਤੂੰ ਦੁਨੀਆਦਾਰੀ 'ਤੇ ਕੀਤਾ, ਜੋ ਕਰਨਾ ਸੀ ਉਹ ਕੀਤਾ ਨਾ, ਅਤੇ ਹੁਣ ਅੱਗੇ ਲਾ ਲਿਆ ਤੈਨੂੰ ਗਲ 'ਚ ਸੰਗਲ ਪਾ ਕੇ, ਅਤੇ ਗਲ ਸੰਗਲ ਘੱਤ ਚਲਾਇਆ। ਸੋ ਫਿਰ ਜਦੋਂ ਅੱਗੇ ਤੈਨੂੰ ਖੜਦੇ ਨੇ, ਫਿਰ ਉੱਥੇ ਇਹ ਨਹੀਂ ਵੇਖਦੇ ਕਿ ਤੂੰ ਕਿੰਨਾ ਕੁ ਦੁਨੀਆਦਾਰੀ ਕਮਾਈ, ਕਿੰਨਾ ਕੁ ਤੂੰ ਆਪਣੇ ਆਪ ਨੂੰ ਬਣਾਇਆ, ਕਿੰਨੇ ਕੁ ਘਰ ਬਣਾਏ, ਕਿੰਨੇ ਕੁ ਬਿਜ਼ਨਸ ਲਏ। ਸੋ ਅੱਗੇ ਕਰਨੀ ਕੀਰਤ ਵਾਚੀ ਹੈ, ਅੱਗੇ ਹਰ ਜੋ ਤੂੰ ਕੀਤਾ ਉਹ ਤੇਰੇ ਕਰਮ ਵਾਚੇ ਜਾਂਦੇ ਨੇ, ਪਰ ਉਹ ਮੁੱਲ ਕੋਈ ਮਹਿਨਾ ਨਹੀਂ ਅਖਵਾਉਂਦੇ। ਜੋ ਵੀ ਬਿਜ਼ਨਸ ਬਣੇ ਹੁੰਦੇ ਆ, ਜਿੰਨੇ ਵੀ ਸਾਡੇ ਸੰਸਾਰ ਦੇ ਉੱਤੇ ਜੋ ਕੁਝ ਵੀ ਅਸੀਂ ਰਾਜੇ ਮਹਾਰਾਜੇ ਵੀ ਭਾਵੇਂ ਬਣ ਜਾਈਏ, ਪਰ ਗੁਰੂ ਪਿਤਾ ਕਹਿੰਦੇ ਨੇ ਅੱਗੇ ਤੇਰੀ ਕਰਨੀ, ਜਿਹੜੇ ਤੇਰੇ ਕਰਮ ਆ, ਜਿਹੜੀ ਤੇਰੇ ਕਰਮ ਕੀਤੇ ਨੇ ਉਹ ਵਾਚੇ ਜਾਂਦੇ, ਵੇਖੇ ਜਾਂਦੇ ਆ ਵੀ ਤੂੰ ਕੀ ਕੀਤਾ। ਫਿਰ ਜਦੋਂ ਉਹਨਾਂ ਕਰਮਾਂ ਨੂੰ ਵੇਖਦੇ ਨੇ ਕੀ ਕੀਤਾ, ਫਿਰ ਉਹਨੂੰ ਬਿਠਾਉਂਦੇ ਨੇ ਕੋਲ ਕਿ ਬਹਿ ਲੇਖਾ ਕਰ ਸਮਝਾਇਆ, ਅਤੇ ਲੇਖਾ ਕਰਕੇ ਸਮਝਾਇਆ ਜਾਂਦਾ ਫਿਰ ਉਸ ਨੂੰ। ਜਿਵੇਂ ਕਿ ਲੇਖਾ ਆਪਾਂ ਜਦੋਂ ਵੀ ਕਿਸੇ ਦੇ ਕੋਲੋਂ ਕੋਈ ਚੀਜ਼ ਵਸਤ ਲੈ ਲਈਏ, ਅਤੇ ਆਪਾਂ ਕਹਿੰਦੇ ਹਾਂ ਕਿ ਅਸੀਂ ਇੰਨੇ ਪੈਸੇ ਲੈ ਲਏ, ਅਸੀਂ ਚਲੋ ਅਤੇ ਅਸੀਂ ਤੁਹਾਨੂੰ ਦੇ ਦਾਂਗੇ, ਕੋਈ ਵਿਆਜੀ ਲੈ ਲਈਏ ਜਾਂ ਕੁਝ ਵੀ। ਪਰ ਜਦੋਂ ਅਸੀਂ ਵਿਆਜ 'ਤੇ ਕੀ ਮੋੜਨਾ, ਸਾਡੇ ਕੋਲ ਕੁਝ ਖੱਟਿਆ ਹੀ ਨਹੀਂ ਜਾਂਦਾ, ਕਮਾਇਆ ਨਹੀਂ ਜਾਂਦਾ, ਵਿਆਜ 'ਚ ਪੈ ਕੇ ਉੱਤੇ ਹੋਰ, ਅਤੇ ਅਸੀਂ ਬਹੁਤ ਹੀ ਥੱਲੇ ਲੱਗ ਜਾਂਦੇ ਹਾਂ। ਅਤੇ ਫਿਰ ਜਦੋਂ ਆਪਾਂ ਕੁਝ ਨਾ ਕੁਝ ਲੈ ਕੇ ਜਾਂਦੇ, ਫਿਰ ਉੱਥੇ ਲੇਖਾ ਜੋਖਾ ਹੁੰਦਾ ਵੀ ਹਾਂ ਤੂੰ ਆਹ ਮੈਨੂੰ ਦਿੱਤਾ, ਆਹ ਲਿਆ। ਅਤੇ ਗੁਰੂ ਪਿਤਾ ਕਹਿੰਦੇ ਮੈਂ ਤੈਨੂੰ ਇਹ ਜੀਵਨ ਦਿੱਤਾ, ਤੈਨੂੰ ਸਵਾਸ ਦਿੱਤੇ, ਤੈਨੂੰ ਐਡਾ ਅਮੋਲਕ ਜੀਵਨ ਬਖਸ਼ਿਸ਼ ਕੀਤਾ, ਤੂੰ ਕੀ ਖੱਟਿਆ? ਤੂੰ ਤਾਂ ਆਹ ਕੁਛ ਕੀਤਾ, ਭੇਜਿਆ ਸੀ ਤੈਨੂੰ ਕਿ ਤੂੰ ਮੇਰੇ ਵਿੱਚ ਭੇਦ ਹੋ ਸਕੇ, ਤੂੰ ਮੇਰੇ ਵਿੱਚ ਮਿਲ ਸਕੇ, ਤੂੰ ਮੈਨੂੰ ਪ੍ਰਾਪਤ ਹੋ ਸਕੇ, ਤੂੰ ਮੇਰੀ ਅੰਸ਼ ਵਾਂ, ਤੂੰ ਮੈਨੂੰ ਆਣ ਕੇ ਮੇਰੇ ਨਾਲ ਮਿਲ। ਪਰ ਤੂੰ ਉਹ ਕੁਝ ਕੀਤਾ ਹੀ ਨਹੀਂ, ਮੈਂ ਕੀ ਕਰਾਂ ਹੁਣ? ਅਤੇ ਜਦੋਂ ਕੀਤਾ ਹੀ ਨਹੀਂ ਕੁਝ, ਜਦੋਂ ਲੇਖਾ ਸਮਝਾਇਆ ਜਾਂਦਾ ਕਿ ਤੂੰ ਤਾਂ ਆਹ ਕਰਮ ਕਰ ਲਏ, ਅਤੇ ਜਦੋਂ ਸਭ ਕੁਝ ਸਮਝਾਇਆ ਜਾਂਦਾ ਆ, ਅਤੇ ਫਿਰ ਥਾਂ ਨਾ ਹੋਈ ਪਾਉਂਦੀ। ਹੁਣ ਥਾਂ ਕੋਈ ਮਿਲਦਾ ਨਹੀਂ, ਹੁਣ ਥਾਂ ਨਾ ਹੋਈ, ਥਾਂ ਹੁਣ ਕਿਹੜਾ? ਜਿਵੇਂ ਕਿ ਆਪਾਂ ਮੰਨ ਲਓ ਕਿ ਕੋਈ ਵੀ ਘਰ ਲੈਣਾ ਹੋਵੇ, ਅਤੇ ਅਸੀਂ ਕਹੀਏ ਕਿ ਸਾਨੂੰ ਇੰਨੇ ਪੈਸੇ, ਕੁਝ ਪੈਸੇ ਹੋਣ, ਅਤੇ ਅਸੀਂ ਕਹੀਏ ਵੀ ਅਸੀਂ ਬਿਜ਼ਨਸ ਕਰਕੇ ਕੋਈ ਲੈ ਕੇ ਜਾਂ ਕਮਾ ਕੇ ਜਾਂ ਅਸੀਂ ਆਹ ਥਾਂ ਲੈਣਾ ਆ, ਅਤੇ ਪਰ ਸਾਡੇ ਕੋਲ ਉਹ ਘਰ ਵਾਸਤੇ, ਉਹ ਜੋ ਜਗ੍ਹਾ ਲੈਣੀ ਹੋਵੇ ਉਸ ਦੇ ਵਾਸਤੇ ਉਨੀ ਕਮਾਈ ਨਾ ਕੀਤੀ ਜਾਵੇ, ਅਤੇ ਅਸੀਂ ਵਾਪਸ ਆਈਏ ਵੀ ਸਾਨੂੰ ਇਹ ਘਰ ਮਿਲ ਜੇ, ਅਤੇ ਕੋਈ ਦੇਊਗਾ ਸਾਨੂੰ ਘਰ? ਉਹ ਕਹੇ ਨਹੀਂ, ਤੈਨੂੰ ਤਾਂ ਇੰਨਾ ਆਖਿਆ ਸੀ ਵੀ ਇੰਨੇ ਕਮਾ ਕੇ ਲਿਆ, ਅਤੇ ਫਿਰ ਤੈਨੂੰ ਦੇਵਾਂਗੇ ਘਰ, ਇੰਨੇ ਪੈਸੇ ਲੈ ਕੇ ਆ। ਪਰ ਉਹ ਥਾਂ ਮਿਲਦੀ ਨਹੀਂ ਉਸਨੂੰ, ਉਹ ਘਰ ਮਿਲਦਾ ਨਹੀਂ ਉਸਨੂੰ। ਇਸੇ ਤਰ੍ਹਾਂ ਜੀਵ ਆਤਮਾ ਨੂੰ ਵੀ ਜਿਸ ਤਰ੍ਹਾਂ ਕਿ ਗੁਰੂ ਪਿਤਾ ਨੇ ਸੰਸਾਰ 'ਤੇ ਭੇਜਿਆ ਹੋਵੇ ਕਿ ਤੂੰ
ਮੇਰੇ 'ਚ ਮਿਲਣਾ, ਮੇਰੇ 'ਚ ਭੇਦ ਹੋਣਾ, ਮੇਰੇ 'ਚ ਮੇਰੀ ਜਗ੍ਹਾ ਲੈਣੀ ਆ ਤੂੰ, ਤੈਨੂੰ ਮੈਂ ਆਪਣੀ ਜਗ੍ਹਾ ਦੇਣੀ ਆ, ਜੋ ਤੂੰ ਕਮਾਈ ਕਰਕੇ ਆ। ਪਰ ਜਦੋਂ ਜੀਵ ਉਹ ਕਮਾਈ ਨਹੀਂ ਕਰ ਪਾਉਂਦਾ, ਉਹ ਸਵਾਸ ਬੰਦਗੀ ਨਾ ਕਰ ਪਾਇਆ, ਚੰਗੇ ਕਰਮ ਨਾ ਕਰ ਪਾਇਆ, ਕੋਈ ਭਲਾ ਨਾ ਸੰਸਾਰ 'ਤੇ ਕੀਤਾ ਹੋਵੇ, ਕੋਈ ਜਾਣਿਆ ਹੀ ਨਾ ਹੋਵੇ ਪਰਮਾਤਮਾ ਨੂੰ, ਫਿਰ ਉਹਦੇ ਘਰ ਪਰਮਾਤਮਾ ਦੇ ਘਰ ਜਗ੍ਹਾ ਨਹੀਂ ਮਿਲਦੀ, ਥਾਂ ਨਾ ਹੋਵੇ ਪਾਉਂਦੀ। ਹੁਣ ਪਾਉਂਦੀ ਜਿਸ ਤਰ੍ਹਾਂ ਕਿ ਸਮਝ ਆਉਂਦੀ ਹੈ ਕਿ ਜਿਸ ਤਰ੍ਹਾਂ ਕਿ ਨਾ ਤਾਂ ਉੱਥੇ ਕੋਈ ਮਰਦ ਦੀ ਗੱਲ ਹੋ ਰਹੀ, ਨਾ ਇਸਤਰੀ ਦੀ ਗੱਲ ਹੋ ਰਹੀ ਆ। ਇਹ ਮਰਦ ਇਸਤਰੀ ਸਿਰਫ ਸਾਡੇ ਸੰਸਾਰ ਵਾਸਤੇ ਭਿੰਨਤਾ ਹੀ ਬਣੀ ਹੈ, ਬਾਕੀ ਅੰਦਰ ਤੇ ਅੰਸ਼ ਤੇ ਉਹਦੀ ਹੈ ਨਾ, ਜਿਹੜੀ ਅੰਦਰ ਅੰਸ਼ ਵਾ ਉਹਦੀ, ਜਿਹੜੀ ਅੰਦਰ ਆਤਮਾ ਉਹਦੀ, ਉਹਨੂੰ ਫਿਰ ਕਿਤੇ ਥਾਂ ਨਹੀਂ ਮਿਲਦਾ। ਤੇ ਹੁਣ ਸੁਣੀਏ ਕਿਆ ਰੁਆਇਆ, ਤੇ ਹੁਣ ਜਦੋਂ ਥਾਂ ਨਹੀਂ ਮਿਲਦੀ ਫਿਰ ਰੋਂਦਾ ਆ ਕਿ ਮੈਂ ਕੀ ਕਰ ਬੈਠਾ, ਮੈਂ ਕੀ ਕਰਨ ਆਈ ਸੀ ਜੀਵ ਆਤਮਾ, ਮੈਂ ਕਰ ਕੀ ਗਈ, ਮੈਂ ਕਮਾ ਕੀ ਲਿਆ। ਫਿਰ ਸੁਣੀਏ ਕਿਆ ਰੁਆਇਆ, ਫਿਰ ਉੱਥੇ ਕੌਣ ਸੁਣੇ ਉਹਨੂੰ ਰੋਂਦੇ ਨੂੰ। ਤੇ ਗੁਰੂ ਪਿਤਾ ਸਮਝਾਉਂਦੇ ਨੇ ਕਿ ਹੁਣ ਤੇਰਾ ਰੋਣਾ ਬੇਕਾਰ ਆ, ਹੁਣ ਤੇਰੇ ਰੋਂਦੇ ਦਾ ਕੰਮ, ਕਿਉਂਕਿ ਹੁਣ ਤੈਨੂੰ ਫਿਰ 84 ਦੇ ਵਿੱਚੋਂ ਦੀ ਲੰਘ ਕੇ ਆਉਣਾ ਪੈਣਾ। ਕਿਉਂ ਲੰਘ ਕੇ ਆਉਣਾ ਪੈਣਾ? ਕਿਉਂਕਿ ਮਨ ਅੰਧੇ ਜਨਮ ਗਵਾਇਆ, ਕਿਉਂਕਿ ਮਨ ਨੇ ਉਹ ਵੇਖਿਆ ਹੀ ਨਾ, ਮਨ ਹੋਇਆ ਹੀ ਅੰਧਾ ਰਿਹਾ। ਮਨ ਕੀ ਆ? ਜੋ ਸਾਡੇ ਫੁਰ ਨੇ, ਜੋ ਸਾਡੀਆਂ ਵਿਚਾਰਾਂ, ਜੋ ਸਾਡੀਆਂ ਸੋਚਾਂ, ਉਹ ਸਾਡਾ ਮਨ ਹੁੰਦਾ। ਅਤੇ ਉਹ ਸੋਚਾਂ ਵਿਚਾਰਾਂ ਅਤੇ ਹੋਰ ਦੁਨੀਆਦਾਰ ਨੂੰ ਬਣਾਉਣ 'ਚ ਲੱਗਾ ਰਿਹਾ, ਵਿਸ਼ਿਆਂ ਵਿਕਾਰਾਂ 'ਚ ਲੱਗਾ ਰਿਹਾ, ਕਾਮ ਕ੍ਰੋਧ ਲੋਭ 'ਚ ਲੱਗਾ ਰਿਹਾ, ਉਹਨਾਂ 'ਚ ਪੈ ਕੇ ਅਤੇ ਉਹ ਗੁਰੂ ਪਿਤਾ ਵੱਲ ਨੂੰ ਵੇਖਿਆ ਹੀ ਨਾ, ਅਤੇ ਅੰਧਾ ਹੀ ਹੋਇਆ ਰਿਹਾ, ਅੰਧੇ ਵਾਂਗੂ ਚਲੇ ਗਿਆ, ਅਤੇ ਫਿਰ ਜਨਮ ਗਵਾਇਆ। ਜਨਮ ਜਿਹੜਾ ਸੀ ਉਹ ਤੇਰਾ ਗਵਾਚ ਗਿਆ। ਹੁਣ ਐਡਾ ਅਮੋਲਕ ਜੀਵਨ, ਐਡਾ ਕਰਕੇ ਹੋਰ ਧੰਦਿਆਂ ਦੇ ਵਿੱਚ ਪੈ ਕੇ ਜਦੋਂ ਅਸੀਂ ਪਰਮਾਤਮਾ ਨੂੰ ਨਹੀਂ ਵੇਖਦੇ, ਅਤੇ ਗੁਰੂ ਪਿਤਾ ਸਮਝਾਉਣਾ ਕਰਦੇ ਕਿ ਮਨ ਅੰਧੇ ਨੇ ਜਨਮ ਗਵਾ ਲਿਆ ਆਪਣਾ। ਸੋ ਜਦੋਂ ਇਹ ਮੈਂ ਪੰਕਤੀਆਂ ਵਾਚ ਰਿਹਾ ਅਤੇ ਮੈਨੂੰ ਲੱਗਣ ਡਿਆ ਕਿ ਹਾਂ ਵਾਕਿਆ ਹੀ ਜਿਸ ਤਰ੍ਹਾਂ ਕਿ ਮੇਰੇ ਆਪਣਾ ਹੀ ਆਪ ਹੀ ਗੁਰੂ ਪਿਤਾ ਨੇ ਮੈਨੂੰ ਹੀ ਉਹ ਮੇਰੀ ਫੋਟੋ, ਮੇਰਾ ਸ਼ੀਸ਼ਾ ਹੀ ਮੈਨੂੰ ਵਿਖਾ ਰਹੇ ਨੇ ਕਿ ਆਹ ਵਾ ਤੇਰਾ ਕਰਮ, ਆਹ ਵੇਖ ਲਾ, ਤੂੰ ਆਹ ਕੁਝ ਕਰਨ ਡਿਆ ਈ ਓ, ਕਰਨਾ ਕੀ ਸੀ, ਤੂੰ ਕਰ ਕੀ ਰਿਹਾ, ਵੇਖ ਲਾ, ਆ ਤੇਰਾ ਸ਼ੀਸ਼ਾ ਆ, ਇਹ ਜੋ ਕੁਝ ਵੀ ਤੇਰੇ ਅੱਗੇ ਰੱਖਿਆ ਵਾ, ਤੇਰੇ ਅੱਗੇ ਤੇਰਾ ਸ਼ੀਸ਼ਾ ਰੱਖ ਦਿੱਤਾ ਹੀ, ਤੂੰ ਆ ਹੀ ਹੋ, ਅਤੇ ਆਹ ਹਾਲ ਹੋਣਾ ਹੀ, ਜੇ ਅਜੇ ਵੀ ਵੇਲਾ ਆ ਸਾਂਭ ਲਾ, ਜੇ ਨਾ ਸਾਂਭਿਆ ਅਤੇ ਆਹ ਹਾਲ ਹੋਣਾ ਹੈ। ਸੋ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਰਬੱਤ ਸੰਗਤ ਜੀ, ਇਹ ਜੀਵਨ ਅਜੇ ਨਹੀਂ ਆ, ਪਰ ਫਿਰ ਵੀ ਅਰਦਾਸ ਕਰਨੀ, ਸਤਿਗੁਰੂ ਅੱਗੇ ਅਰਦਾਸ ਕਰਨੀ, ਗੁਰੂ ਪਿਤਾ ਸਭਨਾਂ ਨੂੰ ਆਏ ਸੋਝੀ ਬਖਸ਼ੋ, ਸਭ ਤੇਰੀ ਕੁਦਰਤ ਨੂੰ ਵੇਖ ਸਕਣ, ਉਹ ਵਸਮਾਦੀ ਜੀਵਨ ਨੂੰ ਮਾਣ ਸਕਣ, ਅਤੇ ਇਹ ਜੀਵਨ ਸਫਲਾ ਹੋ ਸਕੇ। ਸੋ ਇੰਨੀ ਕੀ ਸਮਝ ਆਈ ਇਸ ਅਭਿਆਸ ਵਿੱਚੋਂ, ਤੋਂ ਕੋਸ਼ਿਸ਼ ਕਰਦੇ ਹਾਂ। ਸੋ ਆਪਾਂ ਇਹ ਜੀਵਨ ਨੂੰ ਕੋਸ਼ਿਸ਼ ਕਰੀਏ ਕਿ ਸਾਡੇ ਕੋਲ ਤਾਂ ਗੁਰੂ ਪਿਤਾ ਕੋਸ਼ਿਸ਼ ਵੀ ਨਹੀਂ ਹੁੰਦੀ, ਤੂੰ ਵੀ ਆਪ ਹੀ ਕਰਾ ਲਈ ਸਤਿਗੁਰੂ, ਜੇ ਅਸੀਂ ਕੋਸ਼ਿਸ਼ ਵੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਵੀ ਸਾਡੇ ਕੋਲ ਪੂਰਨ ਕੋਸ਼ਿਸ਼ ਵੀ ਨਹੀਂ ਹੁੰਦੀ ਗੁਰੂ ਪਿਤਾ। ਪਰ ਗੁਰੂ ਪਿਤਾ ਆਪ ਜੀਆਂ ਦੇ ਅੱਗੇ ਰਜੋਈ ਆ, ਬੇਨਤੀ ਹੈ ਸਤਿਗੁਰੂ, ਅਸੀਂ ਕੋਸ਼ਿਸ਼ ਕਰਨ ਜੋਗੇ ਵੀ ਨਹੀਂ ਆ, ਪਰ ਤੂੰ ਤੇ ਬਖਸ਼ਿੰਦੇ ਆ ਨਾ, ਸਾਡੀ ਤੇ ਅਰਦਾਸ ਹੀ ਇੱਕ ਹੋ ਸਕਦੀ ਤੇਰੇ ਚਰਨਾਂ 'ਚ ਸਤਿਗੁਰੂ, ਤੂੰ ਬਖਸ਼ ਲਈ ਸਤਿਗੁਰੂ, ਸਾਨੂੰ ਬਖਸ਼ ਲਈ ਸਤਿਗੁਰੂ, ਬਹੁਤ ਬੇਅੰਤ ਗੁਨਾਹ ਕਰਦੇ ਹਾਂ ਸਤਿਗੁਰੂ। ਸੋ ਦਇਆ ਕਰਿਓ ਸਤਿਗੁਰੂ, ਸਭਨਾਂ ਜੀਆਂ ਨੂੰ ਆਪਣਾ ਪ੍ਰੇਮ ਬਖਸ਼ਿਓ, ਆਪਣਾ ਰੰਗ ਬਖਸ਼ਿਓ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।